पंजाब टीवी देखते सारे ही दर्शक श्रोतिਆਂ ਨੂੰ ਮੇਰੇ ਵੱਲੋਂ ਪ੍ਰਿੰਸ ਸੰਧੂ ਵੱਲੋਂ ਪ੍ਰੋਗਰਾਮ ਦੇ ਵਿੱਚ ਪਿਆਰ ਤੇ ਅਦਬ ਸਹਿਤ ਸਤਿ ਸ਼੍ਰੀ ਅਕਾਲ ਪ੍ਰਵਾਨ ਵਿੱਚ 24 ਘੰਟੇ ਸੱਤੇ ਦਿਨ ਵੱਖ-ਵੱਖ ਪ੍ਰੋਗਰਾਮ ਲੈ ਕੇ ਤੁਹਾਡੀ ਹਾਜ਼ਰ ਹੁੰਦੇ ਹਾਂ। ਤਾਂ ਜਦੋਂ ਸਿਹਤ ਦੀ ਗੱਲ ਆਉਂਦੀ ਆ ਤਾਂ ਸਹਿਯੋਗ ਹੋਮੋਪੈਥੀ ਤੋਂ ਪਰਮਿੰਦਰ ਬਾਲ ਜੀ ਨੂੰ ਸੱਦਾ ਦਿੰਦੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਵੀ ਕਿਸ ਤਰੀਕੇ ਨਾਲ ਅਸੀਂ ਆਪਣੀ ਸਿਹਤ ਨੂੰ ਤੰਦਰੁਸਤ ਰੱਖ ਸਕਦੇ ਹਾਂ। ਪਰਮਿੰਦਰ ਜੀ ਸਟੂਡੀਓ ਵਿੱਚ ਆਉਣ ਲਈ ਬਹੁਤ ਧੰਨਵਾਦ ਜੀ। ਥੈਂਕ ਯੂ ਸੋ ਮਚ ਪ੍ਰਿੰਸ ਜੀ। ਤੁਹਾਨੂੰ ਤੇ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਵੱਖ-ਵੱਖ ਆਪਾਂ ਵਿਸ਼ਿਆਂ 'ਤੇ ਗੱਲਬਾਤ ਕਰਦੇ ਰਹਿੰਦੇ ਹਾਂ। ਐਂਜ਼ਾਈਟੀ ਦੀ ਗੱਲ ਕਰੀਏ, ਐਂਜ਼ਾਈਟੀ ਸਭ ਤੋਂ ਪਹਿਲਾਂ ਸੁਣਨ ਦੇ ਵਿੱਚ ਆਉਂਦੀ ਹੈ ਤੇ ਇਹ ਕੀ ਚੀਜ਼ ਆ ਤੇ ਕੀ ਇਹ ਕੋਈ ਬਿਮਾਰੀ ਹੈ ਜਾਂ ਕਿਸ ਤਰੀਕੇ ਨਾਲ ਇਹਦਾ ਪਤਾ ਲੱਗਦਾ? ਹਾਂਜੀ, ਤੁਸੀਂ ਕਿਆ ਸੁਣਨ ਚਾਹੁੰਦੀ ਹੈ? ਮੈਨੂੰ ਲੱਗਦਾ ਹੈ ਕਿ ਬਹੁਤ ਕਾਮਨਲੀ ਸੁਣਨ ਚਾਹੁੰਦੀ ਹੈ ਜੀ। ਅੱਜ ਕੱਲ ਤਾਂ ਆਈ ਹੈਵ ਐਕਸਪੀਰੀਅੰਸ, ਛੋਟੇ ਬੱਚੇ 7-8 ਸਾਲ ਦੇ ਬੱਚੇ ਵੀ ਆ ਕੇ ਐਂਜ਼ਾਈਟੀ ਦੀ ਗੱਲ ਕਰਦੇ ਆ, ਮੈਨੂੰ ਐਂਜ਼ਾਈਟੀ ਹੁੰਦੀ ਹੈ। ਐਂਡ ਮੈਂ ਉਹਨਾਂ ਦੇ ਮੂੰਹੋਂ ਐਂਜ਼ਾਈਟੀ ਵਰਡ ਸੁਣ ਕੇ ਸਮਟਾਈਮਸ ਆਈ ਵੰਡਰ ਕਿ ਇਹਨਾਂ ਨੂੰ ਕੀ ਪਤਾ ਐਂਜ਼ਾਈਟੀ ਕੀ ਚੀਜ਼ ਹੈ। ਔਰ ਜਦੋਂ ਸਵਾਲ ਕਰਦੇ ਆ, ਹਾਂਜੀ ਮੈਨੂੰ ਇਸ ਤਰ੍ਹਾਂ ਹੁੰਦਾ, ਇਸ ਤਰ੍ਹਾਂ ਹੁੰਦਾ, ਇਸ ਤਰ੍ਹਾਂ ਹੁੰਦਾ ਕਿਉਂਕਿ ਮਾਈ ਟੀਚਰ ਔਰ ਮਾਈ ਫਰੈਂਡ ਉਹਨਾਂ ਨੇ ਮੈਨੂੰ ਦੱਸਿਆ ਕਿ ਐਂਜ਼ਾਈਟੀ ਹੈ। ਫਿਰ ਮੈਂ ਗੂਗਲ ਕੀਤਾ, ਬੱਚੇ ਵੀ ਗੂਗਲ ਕਰ ਰਹੇ ਨੇ ਜੀ। ਪਹਿਲਾਂ ਸਾਨੂੰ ਇਹ ਸਮਝਣਾ ਜ਼ਰੂਰੀ ਹੈ, ਐਂਜ਼ਾਈਟੀ ਕੋਈ ਬਿਮਾਰੀ ਨਹੀਂ, ਓਕੇ? ਕਿਉਂਕਿ ਜਿਵੇਂ ਛੋਟੇ ਬੱਚਿਆਂ ਦੀ ਸਾਈਕੋਲੋਜੀ ਦੀ ਮੈਂ ਗੱਲ ਕੀਤੀ, ਆਈ ਹੈਡ 2 ਕੇਸਿਸ ਜਿਹਦੇ ਅੰਦਰ ਬੱਚੇ ਨੂੰ ਇਹ ਸੀਗਾ ਵੀ ਮੈਨੂੰ ਐਂਜ਼ਾਈਟੀ ਹੈ ਕਿਉਂਕਿ ਮੈਂ ਗੂਗਲ ਕੀਤਾ ਸੀ, ਸਾਰੇ ਸਿੰਪਟਮਸ ਉਹੀ ਨੇ ਤੇ ਕੀ ਮੈਂ ਇਹਦੇ ਨਾਲ ਮਰ ਜਾਵਾਂਗਾ? ਠੀਕ ਹੈ। ਦੇ ਡੋਂਟ ਨੋ ਕਿ ਇਹ ਬਿਮਾਰੀ ਨਹੀਂ ਹੈ। ਸੋ ਮੈਨੂੰ ਲੱਗਦਾ ਕੋਈ ਬਿਮਾਰੀ ਹੋ ਗਈ ਹੈ ਤੇ ਇਹਦੇ ਨਾਲ ਮੈਨੂੰ ਇਸ ਤਰ੍ਹਾਂ ਹੋ ਸਕਦਾ। ਸਭ ਤੋਂ ਪਹਿਲਾਂ ਐਂਜ਼ਾਈਟੀ ਸਾਡੇ ਸਰੀਰ ਦਾ ਡਿਫੈਂਸ ਹੈ। ਜਦੋਂ ਹੀ ਅਸੀਂ ਕਿਸੇ ਵੀ ਡੇਂਜਰ ਨੂੰ ਐਕਸਪੀਰੀਅੰਸ ਕਰਦੇ ਹਾਂ, ਡਰ ਨੂੰ ਐਕਸਪੀਰੀਅੰਸ ਕਰਦੇ ਹਾਂ, ਡਰ ਨੂੰ ਦੇਖਦੇ ਹਾਂ, ਜਾਂ ਕੋਈ ਇਹੋ ਜਿਹਾ ਹੈਪਨਿੰਗ ਹੋਣ ਵਾਲੀ ਹੈ ਜਿੱਥੇ ਮੇਰੇ ਵੱਲ ਕੋਈ ਮੈਨੂੰ ਮਾਰਨ ਆ ਰਿਹਾ ਹੈ, ਜਾਂ ਮੇਰਾ ਕੋਈ ਕਾਰ ਐਕਸੀਡੈਂਟ ਹੋ ਰਿਹਾ, ਜਾਂ ਕੋਈ ਬੱਚਾ ਮੈਨੂੰ ਕੁੱਟ ਰਿਹਾ ਹੈ, ਜਾਂ ਕੋਈ ਮੇਰੀ ਕੰਪਲੇਨ ਕਰ ਰਿਹਾ, ਡਰ ਜੀ, ਕਿਸੇ ਚੀਜ਼ ਤੋਂ ਜਦੋਂ ਮੈਂ ਡਰ ਜਾਵਾਂਗਾ ਤਾਂ ਐਂਜ਼ਾਈਟੀ ਮੈਨੂੰ ਬਚਾਉਣ ਲਈ ਆਉਂਦੀ ਹੈ। ਹਰ ਜਾਨਵਰ ਦੇ ਅੰਦਰ ਇਹ ਡਿਫੈਂਸ ਮੈਕੈਨਿਜ਼ਮ ਹੈਗਾ ਕਿ ਜਦੋਂ ਉਸ ਨੂੰ ਕੋਈ ਖਤਰਾ ਭਾਂਪਦਾ ਹੈ ਤਾਂ ਉਹ ਉਸ ਖਤਰੇ ਚੋਂ ਕਿੱਦਾਂ ਨਿਕਲ ਸਕੇ। ਉਹਦੇ 2 ਤਰੀਕੇ ਹੁੰਦੇ ਨੇ, ਫਾਈਟ ਐਂਡ ਫਲਾਈਟ। ਉਸ ਫਾਈਟ ਐਂਡ ਫਲਾਈਟ ਮੈਕੈਨਿਜ਼ਮ ਨੂੰ ਵਰਤਣ ਲਈ ਐਂਜ਼ਾਈਟੀ ਦਾ ਸ਼ੁਰੂ ਹੋ ਜਾਣਾ ਜ਼ਰੂਰੀ ਹੈ। ਸੋ ਇਹ ਸ਼ੁਰੂ ਹੋਣ 'ਚ ਸਾਡੀ ਹੈਲਪ ਕਿੱਦਾਂ ਕਰਦੀ ਹੈ? ਜਦੋਂ ਹੀ ਸਾਡੀਆਂ ਅੱਖਾਂ ਜਾਂ ਸਾਡਾ ਦਿਮਾਗ ਸੈਂਸ ਕਰਦਾ ਕਿਸੇ ਖਤਰੇ ਨੂੰ ਤਾਂ ਸਾਡਾ ਦਿਲ ਫਟਾਫਟ ਧੜਕਣ ਲੱਗਦਾ ਹੈ। ਦਿਲ ਧੜਕ ਕੇ ਨਾਲ ਦੀ ਨਾਲ ਜਦੋਂ ਸਾਡੀ ਹਾਰਟ ਬੀਟ ਵਧੇਗੀ ਤਾਂ ਸਾਡੀ ਬਰੀਦਿੰਗ ਰੇਟ ਵੀ ਵਧੇਗਾ, ਸ਼ਾਰਟਨੈਸ ਆਫ ਬ੍ਰੈਥ ਹੋਣ ਲੱਗਦੀ ਹੈ, ਸਾਹ ਦੀ ਇਨਟੇਕ ਵੱਧ ਜਾਂਦੀ ਹੈ। ਇਹ 2 ਚੀਜ਼ਾਂ ਹੋਣ ਤੋਂ ਬਾਅਦ ਸਾਡਾ ਹਾਰਟ ਜ਼ਿਆਦਾ ਬਲੱਡ ਨੂੰ 60% ਆਫ ਆਰ ਬਾਡੀ ਬਲੱਡ ਨੂੰ ਲੱਤਾਂ ਬਾਹਾਂ ਦੇ ਅੰਦਰ ਪੰਪ ਕਰਦਾ ਹੈ, ਇਹ ਦੋਵੇਂ ਚੀਜ਼ਾਂ ਨੂੰ ਵਧਾ ਕੇ, ਜਿਸ ਨਾਲ ਕਿ ਵਧਿਆ ਹੋਇਆ ਬਲੱਡ ਸਰਕੂਲੇਸ਼ਨ ਜਿਹੜੀਆਂ ਸਾਡੀਆਂ ਲੱਤਾਂ ਬਾਹਾਂ 'ਚ ਆਉਂਦਾ ਹੈ ਉਹ ਸਾਨੂੰ ਟੈਂਪਰੇਰੀ ਤਾਕਤ ਦਿੰਦਾ ਹੈ ਤਾਂ ਕਿ ਅਸੀਂ ਉਸ ਖਤਰੇ ਨਾਲ ਲੜ ਲਈਏ ਜਾਂ ਉਸ ਖਤਰੇ ਤੋਂ ਭੱਜ ਜਾਈਏ। ਫਾਈਟ ਤੇ ਫਲਾਈਟ ਦੋਨੋਂ ਮੈਕੈਨਿਜ਼ਮ ਵਰਤ ਸਕੀਏ। ਇਸ ਦੇ ਨਾਲ ਹੀ ਸਾਡੇ ਸਰੀਰ ਦੇ ਅੰਦਰ ਗਲੂਕੋਜ਼ ਦੀ ਨੀਡ ਵੱਧਦੀ ਹੈ। ਜਦੋਂ ਆਪਾਂ ਦੌੜਨਾ ਭੱਜਣਾ, ਵੀ ਅੰਡਰਸਟੈਂਡ ਕਿ ਸਰੀਰ ਦੀ ਗਲੂਕੋਜ਼ ਦੀ ਨੀਡ ਵੱਧਦੀ ਹੈ। ਸੋ ਸਾਡੇ ਗਲੂਕੋਜ਼ ਰਿਜ਼ਰਵਸ ਵੀ ਬਲੱਡ ਦੇ ਅੰਦਰ ਫਟਾਫਟ ਗਲੂਕੋਜ਼ ਨੂੰ ਸ਼ੂਟ ਕਰਦੇ ਆ। ਫਿਰ ਆਕਸੀਜਨ ਦੀ ਨੀਡ ਵੱਧਦੀ ਹੈ ਤਾਂ ਸਾਡੀਆਂ ਲੰਗਸ ਫਟਾਫਟ ਮੋਰ ਆਕਸੀਜਨ ਜਿਹੜੀ ਐਕਸਚੇਂਜ ਕਰਨ ਦੀ ਕੋਸ਼ਿਸ਼ ਕਰਦੀਆਂ ਕਿ ਬਾਡੀ ਦੀ ਉਸ ਨੀਡ ਨੂੰ ਵਧਾਇਆ ਜਾ ਸਕੇ। ਇਹ ਤਾਂ ਹੈਗਾ ਡਿਫੈਂਸ ਆਫ ਬਾਡੀ। ਜਦੋਂ ਵਾਕਈ ਕੋਈ ਖਤਰਾ ਹੈ, ਤੁਸੀਂ ਐਕਸਪੀਰੀਅੰਸ ਕੀਤਾ ਹੋਏਗਾ, ਜੇ ਆਪਾਂ ਗੱਡੀ ਚਲਾਉਂਦੇ ਆ ਤੇ ਅੱਗੇ ਇੱਕਦਮ ਕੋਈ ਆ ਜਾਏ, ਕਿੰਨੀ ਤੇਜ਼ੀ ਨਾਲ ਸਾਡੇ ਸਾਰੇ ਸੈਂਸਸ, ਕੰਨਾਂ 'ਚ ਵਾਉਂ ਵਾਉਂ ਹੋਣ ਲੱਗ ਜਾਂਦੀ, ਅੱਖਾਂ ਅਲਰਟ ਹੋ ਜਾਂਦੀਆਂ, ਮਸਲ ਟਾਈਟ ਹੋ ਜਾਂਦੇ ਆ, ਸਾਰੇ ਐਕਸ਼ਨ ਇੰਨੇ ਤੇਜ਼ ਹੁੰਦੇ ਆ ਕਿ ਅਸੀਂ ਫਟਾਫਟ ਉਸ ਗੱਡੀ ਨੂੰ ਰੋਕ ਲੈਂਦੇ ਆ। ਜੇ ਆਪਾਂ ਉਸ ਨੂੰ ਐਨਾਲਾਈਜ਼ ਕਰ ਲਈਏ, ਫ੍ਰੈਕਸ਼ਨ ਆਫ ਸੈਕਿੰਡ ਇਹ ਹੁੰਦਾ। ਇੰਨੀ ਤੇਜ਼ੀ ਨਾਲ ਮੈਕੈਨਿਜ਼ਮ ਜਿਹੜਾ ਸਾਡਾ ਸਾਨੂੰ ਡਿਫੈਂਡ ਕਰਦਾ। ਹੁਣ ਇਹ ਤਾਂ ਹੋ ਗਿਆ ਸਾਡੇ ਬਚਾਅ ਲਈ ਹੈ, ਪਰ ਅੱਜ ਕੱਲ੍ਹ ਕੀ ਹੋ ਰਿਹਾ ਹੈ ਪ੍ਰਿੰਸ ਜੀ? ਪਹਿਲਾਂ ਕੀ ਹੁੰਦਾ ਸੀਗਾ, ਖਤਰਾ ਸਿਰਫ ਇਸ ਤਰ੍ਹਾਂ ਹੀ ਦਿਖਦਾ ਸੀ। ਹੁਣ ਤਾਂ ਹਰ ਛੋਟੀ ਚੀਜ਼ ਦਾ ਅਸੀਂ ਖਤਰਾ ਬਣਾ ਲੈਂਦੇ ਹਾਂ। ਜਿਵੇਂ ਕਿ ਸੋਸ਼ਲ ਮੀਡੀਆ ਨੇ ਸਾਡੀ ਜ਼ਿੰਦਗੀ ਨੂੰ ਇੰਨਾ ਕੁ ਜ਼ਿਆਦਾ ਸ਼ਰਿੰਕ ਕਰ ਦਿੱਤਾ ਹੈ। ਮੈਂ ਕੋਈ ਫੋਟੋ ਅਪਲੋਡ ਕੀਤੀ ਸੀ, 2 ਜਣਿਆਂ ਨੇ ਪਸੰਦ ਕੀਤੀ, ਤੀਸਰੇ ਨੇ ਕੋਈ ਭੈੜਾ ਜਿਹਾ ਕਮੈਂਟ ਲਿਖ ਦਿੱਤਾ, ਉਸ ਕਮੈਂਟ ਨੇ ਮੈਨੂੰ ਡਰਾ ਦਿੱਤਾ ਜੀ। ਠੀਕ ਹੈ ਜੀ। ਸੋਸ਼ਲ ਮੀਡੀਆ ਨੂੰ ਟਰਨ ਔਨ ਆਫ ਐਂਡ ਉਸ ਦੇ ਅੰਦਰ ਦੇ ਬਦਲਾਅ ਨੂੰ ਜਿੰਨਾ ਆਪਾਂ ਉਹਦੇ ਯੂਜ਼ ਟੂ ਹੈਗੇ ਆ ਕਿ ਇਹ ਨਹੀਂ ਪਸੰਦ ਤਾਂ ਇਹ ਚੇਂਜ ਕਰ ਲਿਆ, ਨਹੀਂ ਪਸੰਦ ਤਾਂ ਇਹ ਚੇਂਜ ਕਰ ਲਿਆ, ਫੋਟੋ ਨਹੀਂ ਪਸੰਦ ਤਾਂ ਕਰਤੀ, ਇੱਕ ਪਛਾਣ ਕਰਤੀ, ਇਹ ਡਿਲੀਟ ਕਰਤੀ, ਵਟ ਐਵਰ। ਮਤਲਬ ਆਪਾਂ ਸੋਸ਼ਲ ਮੀਡੀਆ ਤੇ ਜੋ ਚੀਜ਼ਾਂ ਵਾਚ ਕਰਦੇ ਹਾਂ, ਜਿਹੜੀਆਂ ਕਿ ਆਪਾਂ ਆਈ ਥਿੰਕ ਜ਼ਿਆਦਾਤਰ ਲੋਕ ਦਿਨ ਦੇ ਵਿੱਚ 5-7 ਘੰਟੇ ਇਸ ਚੀਜ਼ ਤੇ ਵੇਸਟ ਕਰ ਰਹੇ ਹੈਗੇ ਆ, ਤਾਂ ਉਹ 5-7 ਘੰਟਿਆਂ 'ਚ ਜ਼ਿੰਦਗੀ ਸਾਡੇ ਕੰਟਰੋਲ 'ਚ ਹੈ। ਜ਼ਿੰਦਗੀ ਮਤਲਬ ਜਿਹੜੀ ਸਿਰਫ ਵੀਡੀਓ 'ਚ ਚੱਲ ਰਹੀ ਹੈ ਉਹ ਸਾਡੇ ਕੰਟਰੋਲ 'ਚ ਹੈ, ਉਹਨੂੰ ਆਪਾਂ ਬਦਲ ਦਿੰਦੇ ਹਾਂ, ਕਿੰਨੀ ਛੇਤੀ ਬਦਲਦੇ ਹਾਂ। ਪਰ ਜਿਹੜੀ ਅਸਲ ਜ਼ਿੰਦਗੀ ਹੈ ਉਹ ਤਾਂ ਉਨੀ ਸਪੀਡ 'ਚ ਆਪਾਂ ਬਦਲ ਨਹੀਂ ਸਕਦੇ ਜੀ। ਇਹ ਫਰੈਂਡ ਮੈਨੂੰ ਪਸੰਦ ਨਹੀਂ, ਇਹਨੂੰ ਮੈਂ ਬਦਲ ਨਹੀਂ ਸਕਦਾ। ਇਹ ਬੰਦਾ ਮੇਰੇ ਵੱਲ ਕਿਉਂ ਤੱਕਦਾ, ਮੈਂ ਬਦਲ ਨਹੀਂ ਸਕਦੀ।
ਕੋਈ ਵੀ ਸਿਚੁਏਸ਼ਨ ਨੂੰ, ਜੇ ਮੇਰੇ ਤੇ ਸਟ੍ਰੈਸ ਹੈਗਾ, ਫਾਈਨੈਂਸ਼ੀਅਲ ਲਾਸ ਹੈਗਾ, ਘਰ ਦੇ ਵਿੱਚ ਤੰਗੀ ਹੈਗੀ ਹੈ, ਮਤਲਬ ਉਹ ਚੀਜ਼ਾਂ ਨੂੰ ਮੈਂ ਬਦਲ ਨਹੀਂ ਸਕਦੀ ਫ੍ਰੈਕਸ਼ਨ ਆਫ ਸੈਕਿੰਡ ਨਾ, ਜਿਵੇਂ ਕਿ ਮੈਂ ਸੋਸ਼ਲ ਮੀਡੀਆ ਤੇ ਕਰ ਸਕਦੀ ਹਾਂ। ਬਿਲਕੁਲ ਸਾਡਾ ਪੇਸ਼ੈਂਸ ਲੈਵਲ ਘਟ ਗਿਆ। ਉਹ ਪੇਸ਼ੈਂਸ ਲੈਵਲ ਘਟਣ ਨਾਲ ਸਾਡੇ ਅੰਦਰ ਇਹ ਡਰ ਪੈਦਾ ਹੋ ਗਿਆ, ਹਾਏ ਮੈਂ ਕਿੰਨੀ ਦੇਰ ਇਸ ਦਬਾਅ 'ਚ ਰਵਾਂਗੀ, ਹਾਏ ਮੈਂ ਕਿੰਨੀ ਦੇਰ ਇਸ ਸਿਚੁਏਸ਼ਨ 'ਚ ਰਵਾਂਗੀ, ਕੀ ਮੇਰੀ ਇਹ ਸਿਚੁਏਸ਼ਨ ਕਦੀ ਬਦਲੇਗੀ ਵੀ। ਉਹ ਚੀਜ਼ਾਂ ਨੇ ਸਾਡੇ ਅੰਦਰ ਇਹ ਜਿਹੜਾ ਐਂਗਜ਼ਾਇਟੀ ਮੈਕੈਨਿਜ਼ਮ ਹੈ ਉਹ 24 ਘੰਟੇ ਵਧਾ ਦਿੱਤਾ। ਨਾਓ ਵੈਨ ਵੀ ਟਾਕ ਅਬਾਊਟ ਐਂਗਜ਼ਾਇਟੀ, ਆਪਾਂ ਸਿਰਫ ਉਸ ਨੂੰ ਹਾਲੇ ਪਰਿਭਾਸ਼ਿਤ ਕੀਤਾ, ਸਮਝਿਆ, ਤੇ ਇਹ ਵੀ ਸਮਝਿਆ ਕਿ ਅੱਜ ਕੱਲ੍ਹ ਐਂਗਜ਼ਾਇਟੀ ਡਿਸਆਰਡਰ ਕਿਉਂ ਵੱਧ ਰਿਹਾ। ਹੁਣ ਆਪਾਂ ਇਹਦੀ ਥੋੜੀ ਕਿਸਮਾਂ ਬਾਰੇ ਗੱਲ ਕਰਾਂਗੇ ਜੀ। देयर आर कपल काइंड ऑफ एंग्जाइटी डिसऑर्डर्स, ठीक है। सो हर कोई ਇੱਕੋ ਹੀ ਤਰ੍ਹਾਂ ਦੇ ਐਂਗਜ਼ਾਇਟੀ ਨਾਲ ਗ੍ਰਸਤ ਨਹੀਂ ਹੈ, ਕਿਉਂਕਿ ਹਰ ਇੱਕ ਦੇ ਕਾਰਨ ਅਲੱਗ ਨੇ। ਸੋ ਜਨਰਲਾਈਜ਼ ਐਂਗਜ਼ਾਇਟੀ ਡਿਸਆਰਡਰ ਇੱਕ ਕਾਮਨ ਚੀਜ਼ ਹੈ ਜਿਸ ਦੇ ਅੰਦਰ ਪੇਸ਼ੈਂਟ ਨੂੰ ਇਹ ਨਹੀਂ ਪਤਾ ਲੱਗਦਾ ਵੀ ਮੈਂ ਕਾਹਦੇ ਲਈ ਐਂਗਸ਼ੀਅਸ ਹਾਂ, ਵਿਚ ਮੀਨਸ ਉਹ ਇਨਸਾਨ ਜਾਂ ਉਹ ਔਰਤ ਹਰ ਛੋਟੀ ਚੀਜ਼ ਤੋਂ ਐਂਗਸ਼ੀਅਸ ਹੈ, ਠੀਕ ਹੈ ਜੀ। ਇਹ ਪਹਿਲੀ ਕਿਸਮ ਹੈ ਜਿਸ ਦੇ ਅੰਦਰ ਉਹ ਪਰੇਸ਼ਾਨ ਹੈ, ਪਰ ਕਿਸ ਚੀਜ਼ ਤੋਂ ਪਰੇਸ਼ਾਨ ਹੈ। ਫੋਨ ਵੱਜ ਗਿਆ ਮੈਂ ਤਾਂ ਵੀ ਡਰ ਗਈ, ਦਰਵਾਜ਼ੇ ਦਾ ਡੋਰਬੈਲ ਵੱਜ ਗਿਆ ਮੈਂ ਤਾਂ ਵੀ ਡਰ ਗਈ, ਬੱਚੇ ਨਹੀਂ ਆਏ ਮੈਂ ਤਾਂ ਵੀ ਡਰ ਗਈ, ਮੇਰਾ ਐਤਕੀ ਬਿਜਲੀ ਦਾ ਬਿੱਲ ਇੰਨਾ ਜ਼ਿਆਦਾ ਕਿਉਂ ਆ ਗਿਆ ਮੈਂ ਤਾਂ ਡਰ ਗਈ। ਮਤਲਬ ਹਰ ਛੋਟੀ ਚੀਜ਼ ਨੇ ਡਰਾਤਾ। ਬਾਹਰ ਕੋਵਿਡ ਹੋ ਗਿਆ, ਪਤਾ ਨਹੀਂ ਉਹ ਮੇਰੇ ਘਰ ਆ ਜਾਏਗਾ ਤਾਂ ਵੀ ਡਰ ਗਈ। ਸੋ ਹਰ ਛੋਟੀ ਚੀਜ਼ ਨੂੰ ਲੈ ਕੇ ਮੈਂ ਐਂਗਜ਼ਾਇਟੀ ਨੂੰ ਐਕਸਪੀਰੀਅੰਸ ਕਰਦੀ ਹਾਂ, ਦਿਲ ਦੀ ਧੜਕਣ ਨੂੰ ਵਧਾ ਲੈਂਦੀ ਹਾਂ, ਪਸੀਨੇ ਛੁੱਟਣ ਲੱਗਦੇ ਹੈਗੇ, ਇੰਜ ਲੱਗਦਾ ਮੈਨੂੰ ਹਾਰਟ ਅਟੈਕ ਹੋ ਜਾਏਗਾ। ਸੋ ਇਸ ਤਰ੍ਹਾਂ ਦਾ ਇੱਕ ਕਾਮਨ ਫੀਲਿੰਗ ਪੇਸ਼ੈਂਟ ਚਾਹੁੰਦੀ ਹੈਗੀ। ਠੀਕ ਹੈ। ਸੈਕਿੰਡ ਆ ਜਾਂਦਾ ਹੈ ਸੋਸ਼ਲ ਐਂਗਜ਼ਾਇਟੀ ਡਿਸਆਰਡਰ। ਸੋਸ਼ਲ ਐਂਗਜ਼ਾਇਟੀ ਡਿਸਆਰਡਰ ਨੂੰ ਸਮਝਣ ਲਈ ਇਹ ਸਮਝਣਾ ਜ਼ਰੂਰੀ ਹੈ ਸੋਸ਼ਲ ਜੀ, ਸੁਸਾਇਟੀ ਤੋਂ ਪ੍ਰੋਬਲਮ ਹੈ। ਅੱਛਾ ਜੀ। ਪੇਸ਼ੈਂਟ ਕਿਸੇ ਵੀ ਸੋਸ਼ਲ ਗੈਦਰਿੰਗ 'ਚ ਨਹੀਂ ਜਾ ਸਕਦਾ। ਉਸਨੂੰ ਇੰਜ ਲੱਗਦਾ ਮੈਂ ਸੋਸ਼ਲ ਗੈਦਰਿੰਗ 'ਚ ਗਿਆ ਨਹੀਂ, ਪਤਾ ਨਹੀਂ ਕੌਣ ਮੇਰੇ ਵੱਲ ਤੱਕ ਰਿਹਾ, ਕੌਣ ਮੈਨੂੰ ਜੱਜ ਕਰ ਰਿਹਾ, ਪਤਾ ਨਹੀਂ ਕਿੰਨੇ ਮੇਰੀ ਬੇਇੱਜ਼ਤੀ ਕਰ ਦੇਣੀ ਹੈ। ਸੋ ਇਨਸਾਨ ਦੇ ਅੰਦਰ ਇਹ ਰਹਿੰਦਾ ਕਿ ਮੈਂ ਤਾਂ ਨਹੀਂ ਕਿਤੇ ਜਾਣਾ, ਕਿਸੇ ਦਾ ਵਿਆਹ ਆਇਆ ਮੈਂ ਤਾਂ ਨਹੀਂ ਜਾਣਾ, ਪਾਰਟੀ ਮੈਂ ਤਾਂ ਨਹੀਂ ਜਾਣਾ, ਬੱਚੇ ਕਹਿੰਦੇ ਬਰਥਡੇ ਪਾਰਟੀ ਮੈਂ ਨਹੀਂ ਜਾਣਾ, ਕਜ਼ਨ ਦੇ ਘਰ ਮੈਂ ਨਹੀਂ ਜਾਣਾ। ਕਿਉਂ? ਉਹ ਦੋਵੇਂ ਆਪਸ 'ਚ ਹੱਸਦੇ ਸੀ, ਛੋਟੇ ਦੋ ਕਜ਼ਨ ਹੱਸਦੇ ਸੀ, ਉਹ ਮੇਰੇ ਤੇ ਹੀ ਹੱਸਦੇ ਸੀ। ਇਹ ਉਸਦੇ ਅੰਦਰ ਦੀ ਮਨੋਦਸ਼ਾ ਹੁੰਦੀ ਹੈ ਕਿ ਉਹ ਫਲਾਣੇ ਮੈਨੂੰ ਹੀ ਵੇਖ ਕੇ ਹੱਸਦੇ ਸੀਗੇ, ਉਹਨਾਂ ਦੀ ਗੱਲਬਾਤ ਮੈਨੂੰ ਹੀ ਦੇਖ ਕੇ ਹੋ ਰਹੀ ਸੀ। ਉਹਨਾਂ ਨੂੰ ਸਭ ਇੰਜ ਲੱਗਦਾ ਕਿ ਸਾਰੇ ਮੈਨੂੰ ਹੀ ਜੱਜ ਕਰ ਰਹੇ ਹੈਗੇ। ਮੈਂ ਠੀਕ ਦਿਖ ਰਿਹਾ ਹੈਗਾ, ਮੈਂ ਮੋਟਾ ਤਾਂ ਨਹੀਂ ਦਿਖ ਰਿਹਾ, ਮੈਂ ਛੋਟਾ ਤਾਂ ਨਹੀਂ ਦਿਖ ਰਿਹਾ, ਮੈਂ ਪਤਲੀ ਤਾਂ ਨਹੀਂ ਦਿਖ ਰਹੀ। ਮੈਂ ਸੈਲਫ ਮਤਲਬ ਕ੍ਰਿਟਿਸਿਜ਼ਮ ਉਹਨਾਂ ਦੇ ਦਿਮਾਗ 'ਚ ਚੱਲਦਾ ਰਹਿੰਦਾ ਹੈ, ਤੇ ਉਹ ਕਿਸੇ ਨੂੰ ਵੀ ਇਹ ਨਹੀਂ ਚਾਹੁੰਦੇ ਕਿ ਮੇਰੇ ਵੱਲ ਤੱਕੇ, ਕਿਉਂਕਿ ਉਹਨਾਂ ਨੂੰ ਇੰਜ ਲੱਗਦਾ। ਔਰ ਉਹ ਕਹਿ ਵੀ ਦਿੰਦੇ ਹਾਂਜੀ ਕੀ ਗੱਲ ਕਾਹਤੇ ਮੇਰੇ ਵੱਲ ਦੇਖ ਰਹੇ ਹੋ, ਠੀਕ ਹੈ ਜੀ, ਹੈ ਨਾ। ਸੋ ਇਸ ਤਰ੍ਹਾਂ ਦੀ ਸੋਸ਼ਲ ਐਂਗਜ਼ਾਇਟੀ ਡਿਸਆਰਡਰ ਪੇਸ਼ੈਂਟ ਹੁੰਦਾ। ਦ ਥਰਡ ਇਜ਼ PTSD. PTSD is post traumatic stress disorder. ਇਹਦੇ ਅੰਦਰ ਪੇਸ਼ੈਂਟ ਨੂੰ ਕਿਸੇ ਟਰਾਮਾ ਦੇ ਵਿੱਚ ਦੀ ਲੰਘਣ ਤੋਂ ਬਾਅਦ ਪ੍ਰੋਬਲਮ ਆਉਂਦੀ ਹੈ। ਅੱਛਾ ਜੀ। ਜਿਵੇਂ ਕਿ ਕੋਈ ਕਾਰ ਐਕਸੀਡੈਂਟ ਹੋ ਗਿਆ, ਕੋਈ ਟਰਾਮਾ ਵੱਡਾ ਲਾਸ ਹੋ ਗਿਆ, ਕੋਈ ਲੱਤ ਬਾਂਹ ਟੁੱਟ ਗਈ ਹੈਗੀ ਹੈ, ਜਾਂ ਫਿਰ ਕੋਈ ਮੇਰਾ ਕੋਈ ਵੱਡਾ ਲਾਸ ਹੋ ਗਿਆ, ਫਾਈਨੈਂਸ਼ੀਅਲ ਲਾਸ ਹੋ ਗਿਆ, ਫੈਮਿਲੀ ਮੈਂਬਰ ਚਲਾ ਗਿਆ, ਜਾਂ ਫਿਰ ਮੈਂ ਘਰ ਦੇ ਅੰਦਰ ਡੋਮੈਸਟਿਕ ਵਾਇਲੈਂਸ ਦੇਖੀ, ਕੁਝ ਵੀ ਵਾਇਲੈਂਸ ਦੇਖੀ ਹੈ ਜਿਹੜੀ ਬਹੁਤ ਸ਼ੌਕਿੰਗ ਸੀਗੀ ਮੇਰੇ ਲਈ, ਤਾਂ ਉਹ ਪੇਸ਼ੈਂਟ ਦੇ ਦਿਮਾਗ ਤੇ ਇੱਕ ਛਾਪ ਛੱਡ ਜਾਂਦੀ ਹੈ, ਟਰਾਮੇ ਦੀ ਛਾਪ ਛੱਡ ਜਾਂਦੀ ਹੈ, ਜਿਸ ਦੇ ਨਾਲ ਕਿ ਪੇਸ਼ੈਂਟ ਫਿਰ ਸਟ੍ਰੈਸ ਜਾਂ ਐਂਗਜ਼ਾਇਟੀ ਦੇ ਅੰਦਰ ਰਹਿਣ ਲੱਗਦਾ ਹੈਗਾ। ਠੀਕ ਹੈ। And the last comes the OCD. OCD ਹੈਗੀ obsessive compulsive disorder. ਇੱਕ chronic cycle ਦੇ ਅੰਦਰ ਬੰਦਾ ਫਸ ਜਾਂਦਾ ਹੈ। ਇਸ ਭੰਬਲਭੂਸੀ 'ਚ ਫਸਿਆ ਇਨਸਾਨ, ਉਸਨੂੰ ਪਤਾ ਨਹੀਂ ਹੈ, ਉਹਨੂੰ ਇੰਜ ਲੱਗਦਾ ਉਹਦਾ ਦਿਮਾਗ ਹੈ ਕਹਿੰਦਾ ਵੀ ਤੈਨੂੰ ਇਹ ਕਰਨਾ ਹੀ ਪੈਣਾ, ਜੇ ਤੂੰ ਇਹ ਰਿਚੁਅਲ ਨਾ ਕੀਤਾ ਜਾਂ ਇਹ ਤੂੰ ਕੰਮ ਨਾ ਕੀਤਾ ਤਾਂ ਪਤਾ ਨਹੀਂ ਕਿ ਦੁਨੀਆ ਤੇ ਪਰਲੋ ਆ ਜਾਣੀ ਹੈ। ਲਾਈਕ ਦੇ ਡੋਂਟ ਨੋ ਵਾਟਸ ਗੋਇੰਗ ਟੂ ਬੀ। ਉਹਨਾਂ ਨੂੰ ਇੰਜ ਲੱਗਦਾ ਵੀ ਮੈਂ ਦਰਵਾਜ਼ਾ 2 ਵਾਰੀ ਬੰਦ ਕਰਾਂਗੀ, 5 ਵਾਰੀ ਲੌਕ ਕਰਾਂਗੀ, ਜਾਂ ਹੱਥ 5 ਵਾਰੀ ਸਾਬਣ ਨਾਲ ਧੋਵਾਂਗੀ ਫੇਰ ਹੀ ਧੁੱਪਣੇ ਆ ਜੀ, ਕੌਲੀ ਨੂੰ 6 ਵਾਰੀ ਧੋਵਾਂਗੀ ਤਾਂ ਹੀ ਇਹ ਧੁੱਪਣੀ ਹੈ, ਜਾਂ ਮੈਂ ਹੁਣੇ ਹਰ ਘੰਟੇ ਤੇ ਘੜੀ ਨਾ ਦੇਖੀ ਤਾਂ ਮੇਰੀ ਜ਼ਿੰਦਗੀ 'ਚ ਭੁਚਾਲ ਆ ਜਾਏਗਾ। ਕੋਈ ਵੀ ਵਹਿਮ ਉਹਨਾਂ ਦੇ ਮਨ 'ਚ ਵੜ ਜਾਂਦਾ ਹੈ, ਔਰ ਉਸ ਵਹਿਮ ਦੇ ਸਰਕਲ ਦੇ ਅੰਦਰ ਪੇਸ਼ੈਂਟ ਫਸਿਆ ਐਂਗਜ਼ਾਇਟੀ ਤੋਂ ਗ੍ਰਸਤ ਰਹਿੰਦਾ ਹੈ। ਠੀਕ ਹੈ। ਇਹ ਆਪਾਂ ਹੁਣ ਗੱਲ ਕੀਤੀ ਵੀ ਕੀ ਚੀਜ਼ ਆ, ਕਿੰਨੇ ਤਰ੍ਹਾਂ ਦੀ, ਕਿੰਨੇ ਕਿਸਮਾਂ ਦੀ, ਤੁਸੀਂ 4 ਤਰੀਕੇ ਦੀ ਦੱਸੀ। ਹੁਣ ਇਹਦੇ ਤੋਂ ਹੀ ਜਿਹੜਾ ਮੇਰੇ ਨਾਲ ਐਕਸਪੀਰੀਅੰਸ ਮੈਂ ਤੁਹਾਨੂੰ ਦੱਸ ਦਿੰਦਾ। ਮੁੰਡਾ ਸਾਡਾ ਫਰੈਂਡ ਆ, ਉਹਦਾ ਨਾ ਐਕਸੀਡੈਂਟ ਹੋ ਗਿਆ, ਡਿੱਗ ਗਿਆ, ਉਹਦੀ ਲੱਤ ਟੁੱਟ ਗਈ, ਸਲਿਪ ਫਾਲ ਹੋ ਗਿਆ। ਹਾਂਜੀ। ਉਸ ਤੋਂ ਬਾਅਦ ਜਦੋਂ ਵੀ ਸਰਦੀਆਂ ਆਉਣੀਆਂ ਕੁਛ ਹੋ ਜਾਏ ਨੇ ਗੱਡੀ ਨਹੀਂ ਚਲਾਉਣੀ। ਬਿਲਕੁਲ ਬਿਲਕੁਲ। ਉਹ ਕਹਿੰਦਾ ਵੀ ਗੱਡੀ ਮੈਂ ਕਿਸੇ ਦੇ ਨਾਲ ਰਾਈਡ ਲੈ ਕੇ ਆ ਜਾਊਂਗੀ, ਮੈਂ ਕੰਮ ਤੇ ਨਹੀਂ ਜਾਣਾ, ਪਰ ਮੈਂ ਸਾਲ ਦੇ ਵਿੱਚ ਨਾ ਗੱਡੀ ਚਲਾਉਣੀ ਹੈ ਨਾ ਸਨੋ ਦੇ ਵਿੱਚ ਬਾਹਰ ਨਿਕਲਣਾ। ਦੈਟ ਇਜ਼ ਪੋਸਟ ਟਰਾਮੈਟਿਕ ਸਟ੍ਰੈਸ ਡਿਸਆਰਡਰ, ਐਂਗਜ਼ਾਇਟੀ ਕਮਿੰਗ ਫਰਮ ਦੈਟ। ਠੀਕ ਹੈ। ਉਹਨੂੰ ਹਰ ਸਾਲ
ਜਦੋਂ ਹੀ ਸਨੋ ਜ਼ਮੀਨ ਤੇ ਪੈ ਜਾਂਦੀ ਹੈ ਉਹ ਟਰਾਮਾ ਯਾਦ ਆ ਜਾਂਦਾ ਹੈ, ਮੇਰੇ ਨਾਲ ਕੀ ਹੋਇਆ। ਬਿਲਕੁਲ ਬਹੁਤ ਸਾਰੇ ਇਸ ਤਰ੍ਹਾਂ ਦੇ ਮੇਰੇ ਕੋਲ ਟਰੱਕਿੰਗ ਇੰਡਸਟਰੀ ਚੋਂ ਪੇਸ਼ੈਂਟ ਨੇ ਜਿਹੜੇ ਕਿ 10-10 15-15 20-20 ਸਾਲ ਤੋਂ ਡਰਾਈਵਿੰਗ ਕਰ ਰਹੇ ਨੇ, ਪਰ ਹੁਣ ਉਹ ਕਹਿੰਦੇ ਨੇ ਅਸਲ 'ਚ ਨਾ ਪਿਛਲੇ ਜਦੋਂ ਸਨੋ ਹੋਈ ਸੀ ਉਦੋਂ ਬਲੈਕ ਆਈਸ ਹੋਈ ਸੀ ਤਾਂ ਮੇਰੀ ਗੱਡੀ what do you call knife shaft or something like that, ਜੈਕ ਨਾਈਫ or something, ਹੈ ਨਾ। ਇੱਕ ਵਾਰੀ ਉਹ ਇਦਾਂ ਹੋ ਗਿਆ ਬਿਕਾਜ਼ ਇੰਨੀ ਜ਼ਿਆਦਾ ਬਲੈਕ ਆਈਸ ਸੀਗੀ। ਹੁਣ ਤਾਂ ਮੈਂ ਗੱਡੀ ਚਲਾ ਹੀ ਨਹੀਂ ਸਕਦਾ, ਮੈਂ ਗੱਡੀ ਚਲਾ ਹੀ ਨਹੀਂ ਸਕਦਾ। ਉਸੇ ਤਰ੍ਹਾਂ ਕਿਸੇ ਨੂੰ ਕੋਈ ਹਾਈਵੇ ਤੇ ਬੈਡ ਐਕਸਪੀਰੀਅੰਸ ਹੋ ਗਿਆ, ਮੈਂ ਤਾਂ ਹਾਈਵੇ ਤੇ ਨਹੀਂ ਜਾਂਦਾ। ਮੈਂ ਲੰਬਾ ਰੂਟ ਲੈ ਲੂੰਗਾ ਪਰ ਮੈਂ ਹਾਈਵੇ ਨਹੀਂ ਲਊਂਗਾ। ਮੈਂ ਕਿਸੇ ਬ੍ਰਿਜ ਤੇ ਨਹੀਂ ਜਾਂਦਾ, ਬ੍ਰਿਜ ਤੇ ਜਾਣ ਤੋਂ ਪਹਿਲਾਂ ਮੇਰੇ ਦਿਲ ਦੀ ਧੜਕਨ ਵੱਧ ਜਾਂਦੀ ਹੈਗੀ ਹੈ। ਸੋ ਥੀਸ ਆਰ ਅਗੇਨ ਕਿਉਂਕਿ ਤੁਹਾਡਾ ਦਿਮਾਗ ਅਸਲ ਦੇ ਵਿੱਚ ਕੀ ਹੈ, ਅਗੇਨ ਤੁਹਾਡੇ ਬਾਡੀ ਦਾ ਡਿਫੈਂਸ ਹੈ। ਮੇਰਾ ਕਿਤੇ ਪੈਰ ਫਸ ਕੇ ਡਿੱਗ ਗਈ, ਮੈਨੂੰ ਸੱਟ ਲੱਗ ਗਈ, ਠੀਕ ਹੈ, ਉਸ ਥਾਂ ਤੋਂ ਲੰਘਣ ਲਈ ਮੈਂ 100 ਵਾਰੀ ਸੋਚਾਂਗੀ, ਤੇ ਜੇ ਮੈਂ ਉੱਥੋਂ ਲੰਘਾਂਗੀ ਤਾਂ ਮੈਂ ਧਿਆਨ ਨਾਲ ਦੇਖਾਂਗੀ ਕਿ ਉਹ ਚੀਜ਼ ਦੁਬਾਰਾ ਤੇ ਨਹੀਂ ਮੈਨੂੰ ਸੁੱਟ ਤੇ ਨਹੀਂ ਦੇਗੀ। ਜੇ ਕਿਸੇ ਦਾ ਕਿਸੇ ਚੌਂਕ 'ਚ ਐਕਸੀਡੈਂਟ ਹੋਇਆ ਨਾ, ਉਹ 2 ਚੌਂਕ ਪਹਿਲਾਂ ਹੀ ਡਾਇਰੈਕਸ਼ਨ ਬਦਲ ਲਏਗਾ ਵੀ ਉੱਥੇ ਨਹੀਂ ਮੈਂ ਜਾਣਾ। ਕਿਉਂ? ਕਿਉਂਕਿ ਉਹ ਤੁਹਾਨੂੰ ਮੈਮਰੀ, ਤੁਹਾਡਾ ਦਿਮਾਗ ਉਸ ਚੀਜ਼ ਨੂੰ ਡਿਫੈਂਡ ਕਰ, ਤੁਹਾਨੂੰ ਬਚਾਉਣ ਲਈ ਦਿਮਾਗ 'ਚ ਮੈਮਰੀ ਰੱਖਦਾ ਵੀ ਉਧਰ ਦੀ ਤੂੰ ਗਿਆ ਸੀ, ਉੱਥੇ ਇਦਾਂ ਹੋਇਆ ਸੀ। ਸੋ ਉਦੋਂ ਜਦੋਂ ਆਪਾਂ ਉਸ ਚੀਜ਼ ਨੂੰ ਐਕਸਪੀਰੀਅੰਸ ਕਰਨ ਲੱਗੇ, ਦਿਮਾਗ ਉਹ ਮੈਮਰੀ ਕੱਢ ਕੇ ਲੈ ਆਉਂਦਾ ਬਾਹਰ। ਠੀਕ ਹੈ, ਵੀ ਮੇਕ ਸ਼ੋਰ, ਬੀ ਕੌਸ਼ੀਅਸ, ਰਾਈਟ। ਇਹ ਸਾਡੇ ਬਚਾਅ ਲਈ ਸੀਗਾ। ਪਰ ਦੂਜੇ ਪਾਸੇ ਨਾ, ਇੱਥੇ ਮੈਂ ਛੋਟੀ ਜਿਹੀ ਐਗਜ਼ਾਮਪਲ ਦਿੰਦੀ ਹਾਂ। ਅਸੀਂ ਗੱਲ ਬੈਠੇ ਕਰ ਰਹੇ ਸੀ ਤੇ ਮੇਰੇ ਪੇਰੈਂਟਸ ਹੁਣੇ ਇੰਡੀਆ ਤੋਂ ਵਿਜ਼ਿਟ ਕਰਕੇ ਆਏ, ਤਾਂ ਉਹ ਕਹਿੰਦੇ ਵੀ ਸਾਨੂੰ ਨਾ ਬੜਾ ਚੰਗਾ ਲੱਗਦਾ, ਸਾਡੇ ਘਰ 'ਚ ਚਿੜੀਆਂ ਦਾ ਆਲਣਾ ਸੀਗਾ, ਬਹੁਤ ਦੇਰ ਤੋਂ ਆਲਣਾ ਹੈ, ਔਰ ਉੱਥੇ ਇੱਕ ਜੋੜਾ ਰਹਿੰਦਾ ਹੈ ਨਾ। ਉਹ ਕਹਿੰਦੇ ਕਿ ਮੇਨ ਫਲੋਰ ਦਾ ਬਾਹਰ ਦਾ ਫੈਨ ਚੱਲਦਾ ਸੀ ਤੇ ਇੱਕ ਚਿੜੀ ਉਹਦੇ ਨਾਲ ਸਟਕ ਕਰਕੇ ਮਰ ਗਈ। ਦੂਸਰਾ ਵੀ ਉਸੇ ਦਿਨ ਹੀ ਆਲਣਾ ਛੱਡ ਕੇ ਚਲਾ ਗਿਆ ਕਿਉਂਕਿ ਉਸਨੇ ਕੀ ਦੇਖਿਆ? ਟਰਾਮਾ, ਕਿ ਇਸ ਜਗ੍ਹਾ ਹੁਣ ਸੇਫ ਨਹੀਂ ਹੈ। ਬਿਲਕੁਲ ਠੀਕ ਹੈ। ਇਸੇ ਹੀ ਤਰ੍ਹਾਂ ਅਗੇਨ ਆਪਾਂ ਗੱਲ ਕੀਤੀ ਸੀ, ਐਂਗਜ਼ਾਇਟੀ ਸਾਡੇ 'ਚ ਨਹੀਂ, ਹਰ ਜਾਨਵਰ ਦੇ ਅੰਦਰ ਹੈਗੀ ਹੈ। ਸੋ ਕਮਿੰਗ ਬੈਕ ਟੂ ਕਿ ਯੈਸ, ਇਹ ਚੀਜ਼ਾਂ ਜਿਹੜੀਆਂ ਨੇ ਦਿਸ ਇਜ਼ ਹਾਊ ਦੇ ਮੇਕ ਅਸ ਸਫਰ। ਪਰ ਕਈ ਵਾਰੀ ਜਦੋਂ ਸਾਡੇ ਅੰਦਰ ਐਂਗਜ਼ਾਇਟੀ ਆਉਂਦੀ ਹੈ, ਸਾਨੂੰ ਲੱਗਦਾ ਇਹ ਬਿਮਾਰੀ ਆ ਗਈ ਤੇ ਅਸੀਂ ਬਿਮਾਰੀ ਦਾ ਟ੍ਰੀਟਮੈਂਟ ਲੱਭਣ ਤੁਰ ਪੈਂਦੇ ਆ। ਅਸੀਂ ਜਦੋਂ ਜਨਰਲਾਈਜ਼ ਐਂਗਜ਼ਾਇਟੀ ਡਿਸਆਰਡਰ, ਬਹੁਤ ਹੱਦ ਤੱਕ ਇਸ ਨੂੰ ਕਾਉਂਸਲਿੰਗ ਦੇ ਨਾਲ ਤੇ ਅੰਡਰਸਟੈਂਡਿੰਗ ਦੇ ਨਾਲ ਟ੍ਰੀਟ ਕੀਤਾ ਜਾ ਸਕਦਾ ਜੇ ਇਹ ਐਕਿਊਟ ਹੋਵੇ। ਪਰ ਜੇ ਕ੍ਰੋਨਿਕ ਬਣਦੀਆਂ ਜਾਣ ਤਾਂ ਐਂਗਜ਼ਾਇਟੀ ਹੀ ਸਾਡੇ ਅੰਦਰ ਹੋਰ ਵੀ ਬਹੁਤ ਸਾਰੇ ਕ੍ਰੋਨਿਕ ਰੋਗ ਪੈਦਾ ਕਰਦੀ ਹੈ। ਪਰ ਤੁਹਾਡਾ ਕਹਿਣ ਦਾ ਮਤਲਬ ਜਿੰਨੀਆਂ ਪੁਰਾਣੀ ਹੁੰਦੀ ਗਈ ਤੇ ਉਹਦੇ ਨਾਲ ਫਿਰ ਸਰੀਰ ਦੇ ਵਿੱਚ ਰੋਗ ਹੋਰ ਵੱਧ ਸਕਦੇ ਨੇ। ਬਿਲਕੁਲ ਜੀ, ਐਂਗਜ਼ਾਇਟੀ ਆਪ ਡਿਜ਼ੀਜ਼ ਨਹੀਂ ਹੈ, ਪਰ ਜੇ ਇਹਨੂੰ ਆਪਾਂ ਇਨੀਸ਼ੀਅਲੀ ਫੜਿਆ ਨਾ, ਸਮਝਿਆ ਨਾ, ਤਾਂ ਇਹ ਰੋਗ ਪੈਦਾ ਕਰ ਸਕਦੀ ਹੈ। ਠੀਕ ਹੈ। ਐਂਡ ਬਹੁਤ ਸਾਰੇ ਇਹੋ ਜਿਹੇ ਰੋਗ ਨੇ ਜਿਹੜੇ ਪੇਸ਼ੈਂਟ ਨੂੰ ਪਤਾ ਹੀ ਨਹੀਂ ਚੱਲਦਾ ਵੀ ਇਹ ਮੈਨੂੰ ਇੱਕਦਮ ਕਿਉਂ ਹੋ ਗਿਆ। ਜਿਵੇਂ ਕਿ ਬਲੱਡ ਪ੍ਰੈਸ਼ਰ ਹੈ। ਕੋਈ ਇਨਸਾਨ 2-3 ਸਾਲ ਐਂਗਜ਼ਾਇਟੀ ਤੋਂ ਗ੍ਰਸਤ ਰਵੇ, ਜਿਵੇਂ ਜਨਰਲਾਈਜ਼ ਐਂਗਜ਼ਾਇਟੀ ਡਿਸਆਰਡਰ ਤੋਂ, ਤਾਂ ਐਂਗਜ਼ਾਇਟੀ 'ਚ ਆਪਾਂ ਕੀ ਗੱਲ ਕੀਤੀ ਸੀ? ਦਿਲ ਦੀ ਧੜਕਨ ਵੱਧਦੀ ਹੈ। ਸੋ ਟੈਂਪਰੇਰੀ ਬਲੱਡ ਪ੍ਰੈਸ਼ਰ ਸ਼ੂਟ ਕਰਦਾ ਹੈ ਕਿਉਂਕਿ ਉਸਨੇ ਬਲੱਡ ਨੂੰ ਪੰਪ ਕਰਨਾ ਲੱਤਾਂ ਬਾਹਾਂ ਦੇ ਅੰਦਰ। ਸੋ ਜੇ ਸਪਾਈਕ ਮੈਂ ਦਿਨ ਦੇ ਵਿੱਚ 4-5 ਵਾਰੀ ਕਰੀ ਜਾਂਦੀ ਆ ਤਾਂ ਟੈਂਪਰੇਰੀ ਸਪਾਈਕਸ ਜਿਹੜੀਆਂ ਤੇ ਕ੍ਰੋਨਿਕ ਬਣ ਜਾਂਦੀਆਂ, ਹਰ ਸਾਲ ਮਤਲਬ 2-4 ਸਾਲ ਹਰ ਰੋਜ਼ 2-4 ਵਾਰੀ ਹੋ ਰਿਹਾ ਹੈ, ਤਾਂ ਫਿਰ ਉਹ ਸਾਡੇ ਆਰਟੀਰੀਅਲ ਵਾਲਸ ਤੇ, ਸਾਡੀਆਂ ਬਲੱਡ ਵੈਸਲ ਦੀਆਂ ਵਾਲਸ ਨੂੰ ਡੈਮੇਜ ਕਰਦਾ, ਜਿਸ ਨਾਲ ਸਾਡੇ ਅੰਦਰ ਬਲੱਡ ਪ੍ਰੈਸ਼ਰ ਆ ਸਕਦਾ। ਉਸੇ ਤਰ੍ਹਾਂ ਇਹ ਬਲੱਡ ਸਪਾਈਕਸ ਜਿਹੜੀਆਂ ਹਾਰਟ ਦੀ ਬਲੱਡ ਸਪਲਾਈ ਨੂੰ ਵੀ ਜਾ ਰਹੀਆਂ, ਕਿਡਨੀ ਦੀ ਬਲੱਡ ਸਪਲਾਈ ਨੂੰ ਵੀ ਜਾ ਰਹੀਆਂ, ਉਸ ਨਾਲ ਵੀ ਇਹ ਪ੍ਰੋਬਲਮ ਆ ਸਕਦੀ ਹੈ, ਬਲੱਡ ਪ੍ਰੈਸ਼ਰ ਵੱਧ ਸਕਦਾ। ਫਿਰ ਹੈਗਾ ਉਹ ਪੇਸ਼ੈਂਟ ਜਿਹੜੇ ਐਂਗਜ਼ਾਇਟੀ ਤੋਂ ਗ੍ਰਸਤ ਨੇ, ਐਂਗਜ਼ਾਇਟੀ ਨੂੰ ਕੋਪ ਅਪ ਕਰਨ ਲਈ, ਉਹ ਜਿਵੇਂ ਕਿ ਸੋਸ਼ਲ ਐਂਗਜ਼ਾਇਟੀ ਵਾਲਾ ਪੇਸ਼ੈਂਟ ਹੈ ਨਾ, ਉਹ ਕਹਿੰਦਾ ਮੈਂ ਜਦੋਂ ਪਾਰਟੀ 'ਚ ਜਾਣਾ ਮੈਂ ਤਾਂ 2 ਘੁੱਟ ਲਾ ਕੇ ਜਾਣਾ, 2 ਸ਼ਾਟ ਲਾ ਕੇ ਜਾਣਾ। ਕਿਉਂ? ਫਿਰ ਮੈਨੂੰ ਕੋਈ ਫਿਕਰ ਨਹੀਂ ਹੁੰਦੀ ਕਿਉਂਕਿ ਉਹਨੇ ਆਪਣੇ ਦਿਮਾਗ ਨੂੰ ਪੈਸੀਫਾਈ ਕਰ ਲਿਆ, ਨਸ਼ੇ 'ਚ ਪਾ ਦਿੱਤਾ ਕਿ ਉਸਨੂੰ ਕੋਈ ਸਵਾਲ ਜਵਾਬ ਕਰੇ, ਉਹਨੂੰ ਫਿਰ ਕੋਈ ਵਿਚਾਰ ਨਹੀਂ ਵੀ ਮੇਰੇ ਵੱਲ ਕੋਈ ਦੇਖਦਾ ਜਾਂ ਮੈਨੂੰ ਕੋਈ ਜੱਜ ਕਰਦਾ। ਆਈ ਡੋਂਟ ਕੇਅਰ। ਬਹੁਤ ਸਾਰੇ ਇਹ ਕਹਿੰਦੇ ਨੇ ਜੀ ਮੈਂ 2 ਘੁੱਟ ਲਾ ਕੇ ਫੇਰ ਹੀ ਡਾਂਸ ਕਰ ਸਕਦਾ। ਕਿਉਂ? ਉਸ ਤੋਂ ਪਹਿਲਾਂ ਉਹਨੂੰ ਇਹ ਲੱਗਦਾ ਵੀ ਹਾਏ ਮੈਂ ਡਾਂਸ ਕਰਾਂਗਾ, ਕੋਈ ਵੇਖੇਗਾ, ਤੇ ਜਦੋਂ 2-4 ਅੰਦਰ ਚਲੇ ਜਾਂਦੇ ਫਿਰ ਉਹਨੂੰ ਸੋਚ ਵਿਚਾਰ ਖਤਮ ਹੋ ਜਾਂਦੀ ਹੈ, ਫਿਰ ਉਹ ਡਾਂਸ ਕਰਦੇ। ਸੋ ਸੋਸ਼ਲ ਐਂਗਜ਼ਾਇਟੀ ਕਰਕੇ ਅਸੀਂ ਜਦੋਂ ਸ਼ਰਾਬ ਪੀਤੀ ਹੈ ਤਾਂ ਪੀਤੀ ਹੋਈ ਸ਼ਰਾਬ ਵੀ ਤਾਂ ਮੇਰੇ ਸਰੀਰ ਤੇ ਅਸਰ ਪਾ ਰਹੀ ਹੈ ਨਾ, ਐਂਡ ਦੈਟ ਕੈਨ ਆਲਸੋ ਅਫੈਕਟ ਦ ਬਲੱਡ ਪ੍ਰੈਸ਼ਰ। ਦੈਨ ਕਮਸ ਹਾਊ ਵੀ ਈਟ। ਫੀਮੇਲ ਜਿਹੜੀਆਂ ਨੇ ਸ਼ਰਾਬ ਸ਼ੁਰੂ ਤਾਂ ਘੱਟ ਪੀਂਦੀਆਂ ਨੇ, ਪਰ ਜਦੋਂ ਐਂਗਜ਼ਾਇਟੀ 'ਚ ਆਉਂਦੀਆਂ ਨਾ ਕੰਪਲਸਿਵ ਈਟਿੰਗ ਕਰਦੀਆਂ, ਆ ਵੀ ਮੁੱਝ ਪਾ ਲਿਆ, ਉਹ ਵੀ ਮੁੱਝ ਪਾ ਲਿਆ, ਉਹ ਵੀ ਮੁੱਝ ਪਾ, ਖਾਈ ਜਾਂਦੀਆਂ ਨੇ, ਵਜ਼ਨ ਵੱਧਦਾ। ਐਂਡ ਵੀ ਨੋ ਜਦੋਂ ਵਜ਼ਨ ਵਧੇਗਾ ਬਲੱਡ ਪ੍ਰੈਸ਼ਰ ਕੈਨ ਇਨਕਰੀਜ਼। ਠੀਕ ਹੈ। ਫਿਰ ਤੁਸੀਂ ਬਲੱਡ ਪ੍ਰੈਸ਼ਰ ਦੀ ਕੀਤੀ, ਫਿਰ ਜੇ ਗੱਲ ਕਰੀਏ ਥਾਇਰਾਇਡ ਦੀ ਪ੍ਰੋਬਲਮ ਲਾ ਲਈਏ, ਸ਼ੂਗਰ ਦੀ ਪ੍ਰੋਬਲਮ ਲਾ ਲਈਏ, ਜਾਂ ਫਿਰ ਜੇ ਬਾਰ-ਬਾਰ ਜੇ ਇੱਕ ਚੀਜ਼ ਸੋਚਦੇ ਆ ਤੇ ਬਾਕੀ ਚੀਜ਼ਾਂ ਸਾਨੂੰ ਭੁੱਲ ਵੀ ਸਕਦੀਆਂ, ਮੈਮਰੀ ਤੇ ਵੀ ਅਸਰ ਪੈ ਸਕਦਾ। ਬਿਲਕੁਲ ਜੀ, ਐਂਡ ਵੈਰੀ ਇੰਪੋਰਟੈਂਟ। ਸੋ ਲੈਟਸ ਟਾਕ ਅਬਾਊਟ, ਜੇ ਤੁਸੀਂ ਥਾਇਰਾਇਡ ਦੀ ਗੱਲ ਕੀਤੀ, ਆਪਾਂ ਜਦੋਂ ਥਾਇਰਾਇਡ ਬਾਰੇ ਗੱਲ ਕੀਤੀ ਸੀ ਤਾਂ ਵੀ ਡਿਡ ਟਾਕ ਅਬਾਊਟ ਕਿ ਥਾਇਰਾਇਡ ਗਲੈਂਡ ਨੂੰ ਕੰਟਰੋਲ, ਸਾਡੇ ਦਿਮਾਗ 'ਚ ਇੱਕ ਛੋਟਾ ਜਿਹਾ ਗਲੈਂਡ ਹੈ ਪਿਟਿਊਟਰੀ ਗਲੈਂਡ, ਜਿਹੜਾ ਉਹਨੂੰ ਕੰਟਰੋਲ ਕਰਦਾ।
ਜਦੋਂ ਆਪਾਂ ਬਹੁਤ ਜ਼ਿਆਦਾ ਸੋਚ ਵਿਚਾਰ ਟੈਨਸ਼ਨ 'ਚ ਰਹਿੰਦੇ ਆ ਤਾਂ ਉਹ ਪਿਟਿਊਟਰੀ ਗਲੈਂਡ ਇਸ ਗਲੈਂਡ ਦਾ ਸਵਿਚ ਹੈ, ਠੀਕ ਹੈ, ਉਹ ਡਿਸਕਨੈਕਟ ਹੋ ਜਾਂਦਾ ਹੈ, ਆਨ ਆਫ ਹੁੰਦਾ ਹੈ। ਭਾਵ ਉਸ ਦਾ ਸਿਗਨਲ ਜਿਹੜਾ TSH ਥਾਇਰੋਇਡ ਸਟਿਮੂਲੇਟਿੰਗ ਹਾਰਮੋਨ ਹੈ ਉਹ ਵੱਧ ਘੱਟ ਆਉਣ ਲੱਗਦਾ ਹੈ, ਜਿਸ ਨਾਲ ਥਾਇਰੋਇਡ ਇਫੈਕਟ ਹੁੰਦਾ ਹੈ। ਸੋ ਸੋਚ ਵਿਚਾਰ ਐਂਜ਼ਾਈਟੀ ਕੈਨ ਲੀਡ ਟੂ, ਔਰ ਆਪਾਂ ਉੱਥੇ ਇਹ ਗੱਲ ਵੀ ਕੀਤੀ ਸੀ, ਉਹ ਫੀਮੇਲ ਜਿਹੜੀਆਂ ਨਵੀਆਂ ਕਿਸੇ ਘਰ ਚ ਆਉਂਦੀਆਂ ਨੇ, ਨਵੀਆਂ ਵਿਆਹ ਕਰਕੇ ਆਉਂਦੀਆਂ ਨੇ, ਆ ਕੇ ਉਸਨੂੰ ਕੰਪਰੋਮਾਈਜ਼ ਕਰਨਾ ਪੈਂਦਾ, ਸਿਚੁਏਸ਼ਨ ਨੂੰ ਹੈਂਡਲ ਕਰਨਾ ਪੈਂਦਾ। ਉਹ ਬੱਚੇ ਜਿਹੜੇ ਘਰੋਂ ਬਾਹਰ ਜਾਂਦੇ ਨੇ, ਜਿਵੇਂ ਕਿ ਯੂਨੀਵਰਸਿਟੀ ਸਕੂਲ ਘਰੋਂ ਬਾਹਰ ਜਾਣਾ ਪੈਂਦਾ, ਉਹ ਘਰ ਤੋਂ ਦੂਰ ਰਹਿ ਕੇ ਉਹਨਾਂ ਦੀ ਆਦਤ ਨਹੀਂ ਹੁੰਦੀ, ਉਹ ਵੀ ਸਟ੍ਰੈਸ 'ਚ ਜਾਂਦੇ ਨੇ, ਉਹਨਾਂ ਦੇ ਅੰਦਰ ਵੀ ਸਡਨਲੀ ਥਾਇਰੋਇਡ ਹੋ ਜਾਂਦਾ। ਬਹੁਤ ਸਾਰੇ ਲੋਕ ਇੰਡੀਆ ਤੋਂ ਜਦੋਂ ਇਹਨਾਂ ਮੁਲਕਾਂ 'ਚ ਆਉਂਦੇ ਨੇ, ਕਿੰਨਾ ਸਟ੍ਰੈਸ 'ਚ ਉਹਨਾਂ ਨੂੰ ਮੁਲਕ ਬਦਲਣਾ, ਘਰ-ਬਾਰ ਨਵਾਂ ਲੈਣਾ, ਨੌਕਰੀ ਲੱਭਣੀ, ਇੰਨੇ ਸਟ੍ਰੈਸ ਦੇ ਨਾਲ ਉਹ ਕਹਿੰਦੇ ਇੰਡੀਆ ਤਾਂ ਕੁਝ ਨਹੀਂ ਸੀ, ਇੱਥੇ ਆਂਦਾ ਥਾਇਰੋਇਡ ਹੋ ਗਿਆ, ਬਿਕਾਜ਼ ਆਫ ਦ ਸੇਮ ਰੀਜ਼ਨ। ਸੋ ਐਂਜ਼ਾਈਟੀ ਕੈਨ ਲੀਡ ਟੂ ਥਾਇਰੋਇਡ। ਦੈਨ ਯੂ ਟਾਕਡ ਅਬਾਊਟ ਡਾਇਬੀਟੀਜ਼। ਹੁਣ ਕੀ ਆਪਾਂ ਗੱਲ ਕੀਤੀ ਸੀ, ਜਦੋਂ ਐਂਜ਼ਾਈਟੀ ਇਸ਼ੂ ਆਉਂਦਾ ਹੈ ਤਾਂ ਬਾਡੀ ਦੀ ਗਲੂਕੋਜ਼ ਤੇ ਆਕਸੀਜਨ ਦੀ ਨੀਡ ਵੱਧਦੀ ਹੈ। ਹੁਣ ਜਦੋਂ ਗਲੂਕੋਜ਼ ਦੀ ਨੀਡ ਵੱਧਦੀ ਹੈ ਤਾਂ ਬਾਡੀ ਕੀ ਕਰਦੀ ਹੈ, ਫਟਾਫਟ ਬਲੱਡ ਦੇ ਅੰਦਰ ਗਲੂਕੋਜ਼ ਭੇਜਦੀ ਹੈ ਤਾਂ ਕਿ ਉਸ ਗਲੂਕੋਜ਼ ਨੀਡ ਨੂੰ ਪੂਰਾ ਕੀਤਾ ਜਾਵੇ। ਉਹ ਨੀਡ ਸੈਲਸ ਦੀ ਨਹੀਂ ਸੀ, ਉਹ ਨੀਡ ਐਂਜ਼ਾਈਟੀ ਡਿਸਆਰਡਰ ਕਰਕੇ ਸੀਗੀ। ਸੋ ਸੈਲਸ ਉਸ ਨੂੰ ਰਿਜੈਕਟ ਕਰਦੇ ਆ। ਸੈਲਸ ਜਦੋਂ ਰਿਜੈਕਟ ਕਰਦੇ ਵੀ ਮੈਂ ਤਾਂ ਨਹੀਂ ਖੰਡ ਮੰਗੀ, ਮੈਂ ਤਾਂ ਭਰਿਆ ਬੈਠਾ ਵਾਂ, ਮੈਨੂੰ ਨਹੀਂ ਲੋੜ ਹੈਗੀ, ਹੈ ਨਾ, ਬਟ ਐਂਜ਼ਾਈਟੀ ਡਿਸਆਰਡਰ ਕਰਕੇ ਉਹ ਬਲੱਡ ਦੇ ਅੰਦਰ ਆਈ ਹੈ। ਸੋ ਸਡਨ ਸਪਾਈਕਸ ਆਫ ਸ਼ੂਗਰ ਜਿਹੜੀਆਂ ਨੇ ਇਨਸੂਲਿਨ ਰੈਜ਼ਿਸਟੈਂਸ ਪੈਦਾ ਕਰਦੀਆਂ ਨੇ, ਤੇ ਇਨਸੂਲਿਨ ਰੈਜ਼ਿਸਟੈਂਸ ਜਿਹੜੀ ਹੈ ਉਹ ਟਾਈਪ 2 ਡਾਇਬੀਟੀਜ਼ ਹੈ। ਐਂਡ ਦ ਲਾਸਟ ਚੀਜ਼ ਤੁਸੀਂ ਪੁੱਛਿਆ ਮੈਮਰੀ। ਹਾਂਜੀ, ਹੁਣ ਮੇਰਾ ਦਿਮਾਗ 24 ਘੰਟੇ ਪਰੇਸ਼ਾਨ ਹੈ, ਕੁਝ ਹੋਰ ਹੀ ਸੋਚੀ ਜਾਂਦਾ ਹੈ, ਠੀਕ ਹੈ, ਤਾਂ ਤੁਸੀਂ ਮੈਨੂੰ ਕੀ ਕਹੋਗੇ, ਮੈਨੂੰ ਕੀ ਪਤਾ ਚੱਲੇਗਾ, ਠੀਕ ਹੈ। ਜਾਂ ਮੈਂ ਕਿਸੇ ਚੀਜ਼ ਤੋਂ ਪਰੇਸ਼ਾਨ ਹਾਂ, ਉਸ ਨੂੰ ਹੀ ਮੈਂ ਸੋਚੀ ਜਾ ਰਹੀ ਹਾਂ, ਉਹਦੇ ਨਾਲ ਹੀ ਮੈਂ ਘਰ ਡਰਾਈਵ ਕਰਦੀ ਕਰਦੀ ਪਹੁੰਚ ਗਈ, ਰਸਤੇ 'ਚ ਕੀ ਹੋਇਆ ਮੈਨੂੰ ਕੁਝ ਧਿਆਨ ਨਹੀਂ, ਮੈਂ ਕਿਹੜਾ ਮੋੜ ਕਦੋਂ ਲਿਆ, ਮੇਰੇ ਦਿਮਾਗ ਦੇ ਅੰਦਰ ਉਹ ਪੂਰਾ ਟਰੈਕ ਹੈ, ਪਾਥ ਹੈ, ਘਰ ਮੈਂ ਪਹੁੰਚ ਗਈ ਹਾਂ, ਪਰ ਕਿਹੜੇ ਮੋੜ ਤੇ ਕਿੰਨੀ ਦੇਰ ਰੁਕੀ, ਕੀ ਸੀ, ਕਿਹੜੀ ਦੁਕਾਨ ਸੀ, ਕੀ ਮੈਨੂੰ ਕੁਝ ਨਹੀਂ ਯਾਦ, ਬਿਕਾਜ਼ my brain is occupied somewhere else, and that is how memory loss happens. Patient commonly ਕਹਿੰਦੇ ਜੀ ਮੈਨੂੰ ਤਾਂ ਚੀਜ਼ਾਂ ਭੁੱਲਣ ਲੱਗ ਗਈਆਂ, ਮੈਂ ਕਿੱਥੇ ਕਿਹੜੀ ਚੀਜ਼ ਰੱਖ ਕੇ ਭੁੱਲ ਜਾਂਦੀ ਆ। ਕਿਉਂ ਭੁੱਲ ਜਾਂਦੀ ਆ? ਕਿਉਂਕਿ ਮੈਂ ਜਦੋਂ ਰੱਖਦੀ ਆ ਉਦੋਂ ਮੇਰਾ ਦਿਮਾਗ ਤਾਂ ਕਿਤੇ ਹੋਰ ਹੁੰਦਾ, I am not there in that moment, and that causes memory loss. And the last, sleep disorder. ਠੀਕ ਹੈ, ਜਦੋਂ ਅਸੀਂ ਪਰੇਸ਼ਾਨ ਹੁੰਨੇ ਆ, ਕਿਸੇ ਚੀਜ਼ ਤੋਂ ਹਰ ਵੇਲੇ ਡਰੇ ਰਹਿੰਦੇ ਆ, ਸ਼ਾਂਤ ਨਹੀਂ ਆ, ਨੀਂਦ ਕਿੱਥੋਂ ਆਏਗੀ? Commonly patients suffer from insomnia, late ਨੀਂਦ ਆਏਗੀ, ਨੀਂਦ ਬਾਰ-ਬਾਰ ਟੁੱਟੇਗੀ, ਨੀਂਦ ਖਰਾਬ ਰਹਿੰਦੀ ਹੈ ਜੀ, ਮੈਂ ਤੜਕੇ ਉੱਠ ਜਾਣਾ, ਲਾਈਕ ਕੁਛ ਨਾ ਕੁਛ ਗੜਬੜ ਹੈਗਾ ਕਿ ਮੈਂ ਕੰਟੀਨਿਊ 4-5 ਘੰਟੇ ਵੀ ਨੀਂਦ ਨਹੀਂ ਲੈ ਸਕਦੀ। ਜੀ, ਇਹ ਹੁਣ ਆਪਾਂ ਗੱਲ ਸਾਰੀ ਕਰਤੀ ਵੀ ਕਿਹੜੀਆਂ ਇਹਨਾਂ ਨਾਲ ਪ੍ਰੋਬਲਮ ਆ ਸਕਦੀਆਂ ਵਾ। ਕੀ ਫਿਰ ਸਾਨੂੰ ਮਤਲਬ ਜਦੋਂ ਸਾਨੂੰ ਫੀਲ ਹੋਣ ਡਿਆ ਵੀ ਅਸੀਂ ਇਹਨਾਂ ਚੀਜ਼ਾਂ ਦੇ, ਇਹਨਾਂ ਬਿਮਾਰੀ ਦੇ ਵਿੱਚ ਜਾ ਰਹੇ ਹਾਂ, ਤੇ ਸਾਨੂੰ ਉਹਨੂੰ ਪਹਿਲਾਂ ਫੜ ਲੈਣਾ ਚਾਹੀਦਾ, ਇਹਦਾ ਇਲਾਜ ਵੀ ਹੈਗਾ ਕੋਈ? ਬਿਲਕੁਲ ਜੀ, ਐਂਜ਼ਾਈਟੀ ਡਿਸਆਰਡਰ ਐਜ਼ ਵੀ ਜਸਟ ਡਿਸਕਸ ਇਜ਼ ਅ ਮੈਂਟਲ ਹੈਲਥ ਇਸ਼ੂ, ਠੀਕ ਹੈ, ਔਰ ਡੈਫੀਨਿਟਲੀ ਇਸ ਦਾ ਟ੍ਰੀਟਮੈਂਟ ਹੈਗਾ। ਔਰ ਐਜ਼ ਆਈ ਸੈਡ, ਜਨਰਲ ਐਂਜ਼ਾਈਟੀ ਡਿਸਆਰਡਰ ਤਾਂ ਈਜ਼ੀ ਕਾਉਂਸਲਿੰਗ ਐਂਡ ਵੈਰੀ ਲਾਈਟ ਮੈਡੀਕੇਸ਼ਨਸ ਨਾਲ ਠੀਕ ਹੋ ਜਾਂਦਾ। ਜਿਹੜੀਆਂ ਦੂਸਰੀਆਂ ਆਪਾਂ PTSD ਦੀ ਗੱਲ ਕੀਤੀ, OCD ਦੀ ਗੱਲ ਕੀਤੀ, ਉਹਨਾਂ ਨੂੰ ਸਮਾਂ ਲੱਗਦਾ ਕਿਉਂਕਿ ਉਹ ਐਂਜ਼ਾਈਟੀ ਨੂੰ ਲੰਬਾ ਸਮਾਂ ਛੱਡ ਦੇਣ ਤੋਂ ਬਾਅਦ ਉਤਪੰਨ ਹੁੰਦੀਆਂ ਹੈਗੀਆਂ। ਸੋ ਥੋੜੀਆਂ ਕ੍ਰੋਨਿਕ ਨੇ, ਸੋਸ਼ਲ ਐਂਜ਼ਾਈਟੀ ਡਿਸਆਰਡਰ, PTSD ਐਂਡ OCD, ਇਹਨਾਂ ਨੂੰ ਥੋੜਾ ਜਿਹਾ ਸਮਾਂ ਲੱਗਦਾ ਹੈ। ਬਟ ਜਨਰਲ ਐਂਜ਼ਾਈਟੀ ਡਿਸਆਰਡਰ ਜੇ ਹੁਣੇ ਹੀ ਤੁਸੀਂ ਇਨੀਸ਼ੀਅਲੀ ਦਾ ਜਦੋਂ 1-2 ਵਾਰੀ ਐਕਸਪੀਰੀਅੰਸ ਹੁੰਦਾ ਨਾ, ਤਾਂ ਬੰਦਾ ਸਿੱਧਾ ਹੀ ਹਸਪਤਾਲ ਜਾਂਦਾ, ਉਹਨੂੰ ਲੱਗਦਾ ਮੈਨੂੰ ਤਾਂ ਹਾਰਟ ਅਟੈਕ ਹੋਣ ਲੱਗਾ ਕਿਉਂਕਿ ਦਿਲ ਦੀ ਧੜਕਨ ਇੰਨੀ ਵੱਧਦੀ ਹੈਗੀ ਹੈ, ਠੀਕ ਹੈ। ਜਦੋਂ ਇਹ ਤੁਸੀਂ ਉਦੋਂ ਪਹਿਲੇ ਦੂਜੇ ਵਾਰੀ ਐਕਸਪੀਰੀਅੰਸ ਕੀਤਾ ਨਾ, ਉਸੇ ਵੇਲੇ ਇਸ ਨੂੰ ਟ੍ਰੀਟ ਕਰੋ, ਠੀਕ ਹੈ। ਇਨ ਹੋਮਿਓਪੈਥੀ ਵੀ ਟ੍ਰੀਟ ਵਿਦ ਵਾਟ ਟ੍ਰਿਗਰਸ ਯੂਰ ਐਂਜ਼ਾਈਟੀ। ਕਾਹਦੇ ਨਾਲ ਐਂਜ਼ਾਈਟੀ ਹੁੰਦੀ ਆ? ਹੋ ਸਕਦਾ ਤੁਹਾਨੂੰ ਐਂਜ਼ਾਈਟੀ ਆਪਣੇ ਬੱਚਿਆਂ ਦੀ ਸਿਚੁਏਸ਼ਨ ਨੂੰ ਲੈ ਕੇ ਹੁੰਦੀ ਹੋਵੇ, ਕਿਸੇ ਨੂੰ ਐਂਜ਼ਾਈਟੀ ਫਾਈਨੈਂਸ਼ੀਅਲ ਲਾਸ ਕਰਕੇ ਹੁੰਦੀ ਹੋਵੇ, ਕਿਸੇ ਨੂੰ ਆਪਣੇ ਲਵ ਅਫੇਅਰ ਟੁੱਟ ਜਾਣ ਨਾਲ ਹੁੰਦੀ ਹੋਵੇ, ਕਿਸੇ ਨੂੰ ਕਿਸੇ ਦੀ ਡੈਥ ਤੋਂ ਬਾਅਦ ਹੁੰਦੀ ਹੋਵੇ। ਕਿਸ ਤਰ੍ਹਾਂ ਦੀ ਐਂਜ਼ਾਈਟੀ ਹੈ, ਕਿਉਂ ਸ਼ੁਰੂ ਹੋ ਰਹੀ ਹੈ, ਟ੍ਰਿਗਰਸ ਕੀ ਨੇ, ਉਹਨਾਂ ਦੇ ਆਧਾਰ ਤੇ ਟ੍ਰੀਟਮੈਂਟ ਦਿੱਤਾ ਜਾਂਦਾ, ਜਿਸ ਨੂੰ ਕਿ ਇਨੀਸ਼ੀਅਲ ਸਟੇਜ ਤੇ ਹੀ ਠੀਕ ਕਰ ਦਿੱਤਾ ਜਾਂਦਾ ਹੈ, ਜਿਸ ਨਾਲ ਨਾ ਹੀ ਸਟੈਪ 2, 3, 4 ਕੋਈ ਐਂਜ਼ਾਈਟੀ ਹੁੰਦੀ ਹੈ, ਤੇ ਨਾ ਹੀ ਉਹ ਤੋਂ ਉਤਪੰਨ ਹੋਣ ਵਾਲੇ ਜਿਹੜੇ ਕ੍ਰੋਨਿਕ ਹੈਲਥ ਇਸ਼ੂਜ਼ ਹੈਗੇ ਆ ਜਿਨ੍ਹਾਂ ਬਾਰੇ ਅਸੀਂ ਗੱਲ ਕੀਤੀ, ਉਹਨਾਂ ਤੋਂ ਸਾਨੂੰ ਰੂਬਰੂ ਹੋਣਾ ਪੈਂਦਾ। ਜੀ ਬਿਲਕੁਲ, ਜੇਕਰ ਤੁਹਾਡਾ ਕੋਈ ਸਵਾਲ ਹੈ ਤਾਂ ਜ਼ਰੂਰ ਤੁਸੀਂ ਸਹਿਯੋਗ ਹੋਮੋ ਕਲੀਨਿਕ ਤੇ ਪਰਵਿੰਦਰ ਬਾਲ ਜੀ ਤੇ ਨਾਲ ਟੀਮ ਦੇ ਨਾਲ ਸੰਪਰਕ ਕਰ ਸਕਦੇ ਆ। ਹੋਰ ਵੀ ਕਾਫੀ ਆਪਾਂ ਗੱਲਬਾਤਾਂ ਕਰਦੇ ਰਹਿੰਦੇ ਹਾਂ। ਮੈਂ ਚਾਹੂੰਗਾ ਇੱਕ ਵਾਰ ਡਿਟੇਲ ਦੇ ਵਿੱਚ ਦੱਸਿਆ ਜਾਵੇ ਕਿ ਇਹ ਤੇ ਆਪਾਂ ਨਾਲ ਦੱਸਦੇ ਹੋਮੋ ਕਲੀਨਿਕ ਦੀ ਗੱਲ ਕਰਦੇ ਹਾਂ, ਟੀਮ ਵੱਲੋਂ ਹੋਰ ਕਿਹੜੀਆਂ ਸਰਵਿਸ ਜਿਹੜੀਆਂ ਉੱਥੇ ਦਿੱਤੀਆਂ ਜਾਂਦੀਆਂ ਕਲੀਨਿਕ? ਬਿਲਕੁਲ, ਸਹਿਯੋਗ ਹੋਮਿਓ ਕਲੀਨਿਕ ਮਲਟੀ ਡਿਸਪਲਿਨਰੀ ਕਲੀਨਿਕ ਹੈ। ਟੀਮ ਆਫ ਹੋਮਿਓਪੈਥਸ ਐਂਡ ਕਾਇਰੋਪ੍ਰੈਕਟਰਸ ਵਰਕ ਟੁਗੇਦਰ। ਸੋ ਹਰ ਸਿਸਟੈਮਿਕ ਹੈਲਥ ਇਸ਼ੂ ਨੂੰ ਅਸੀਂ ਹੋਮਿਓਪੈਥੀ ਨਾਲ ਟ੍ਰੀਟ ਕਰਦੇ ਹਾਂ। ਕੋਈ ਸਲਿਪ ਐਂਡ ਫਾਲ, ਇੰਜਰੀ, ਪੇਨ, ਸਭ ਨਾਲ ਅਸੀਂ ਹੋਮਿਓਪੈਥੀ ਹੀ ਯੂਜ਼ ਕਰਦੇ ਹਾਂ ਇੰਟਰਨਲੀ। ਬਟ ਕਈ ਇਹੋ ਜਿਹੇ ਇਸ਼ੂਜ਼ ਹੁੰਦੇ ਆ ਜਿਸ ਦੇ ਅੰਦਰ ਪੇਸ਼ੈਂਟ ਨੂੰ
ਰਾਈਟ ਅਵੇ ਰਿਲੀਫ ਚਾਹੀਦਾ। ਕੋਈ ਸਲਿਪ ਐਂਡ ਫਾਲ ਹੈ, ਕੋਈ ਇੰਜਰੀ ਹੈ, ਕੋਈ ਆਰਥਰਾਈਟਿਸ ਹੈ, ਕੋਈ ਮੋਟਰ ਵਹੀਕਲ ਐਕਸੀਡੈਂਟ ਹੈ, ਉੱਥੇ ਪੇਸ਼ੈਂਟ ਨੂੰ ਦਰਦ ਹੋ ਰਿਹਾ, ਹਿੱਲਿਆ ਨਹੀਂ ਜਾਂਦਾ, ਉੱਠਿਆ ਨਹੀਂ ਜਾਂਦਾ, ਮਸਲ ਟਾਈਟ ਹੋ ਗਏ। ਸੋ ਮੇਰੀ ਟੀਮ ਦੇ ਦੂਸਰੇ ਮੈਂਬਰ ਕਾਇਰੋਪ੍ਰੈਕਟਿਸਟ ਫਿਰ हैंड इन हैंड काम करते हैं। इंटरनल असी होम्योपैथी यूज़ करते हैं, एक्सटर्नली असी कायरोप्रैक्टिक केयर यूज़ करते हैं, जिस दे अंदर स्पाइनल मैनिपुलेशंस, पाव एडजस्टमेंट्स ऑफ द जॉइंट्स जरूरत हैगी है, डॉक्टर्स दे एक्सरेज की जरूरत हैगी, राइट अवे सेम डे एक्सरेज करवाए जाते हैं टू अंडरस्टैंड की नीड है पेशेंट की, और उहदे हिसाब नाल एज आई सैड स्पाइनल मैनिपुलेशन हो जाए, लेजर थैरेपी हो जाए, एक्यूपंचर हो जाए, की जरूरत है उसनूं फड़दे हुए पेशेंट नूं 9 बर 9 बहुत जल्द किया जाता है, ताकि पेशेंट जिहड़ा अपने ਰੈਗੂਲਰ ਰੂਟੀਨ ਦੇ ਵਿੱਚ ਛੇਤੀ ਆ ਸਕੇ। ਮੈਂ ਹੁਣ ਇੱਥੇ ਇੱਕ ਤੁਹਾਡੇ ਹੋਰ ਸਵਾਲ ਕਰਨਾ ਚਾਹੂੰਗਾ। ਤੁਸੀਂ ਕਿਹਾ ਵੀ ਰਾਈਟ ਵੇ ਐਕਸਰੇ ਕਰਾਏ ਜਾਂਦੇ ਨੇ। ਹਾਂਜੀ। ਕਾਫੀ ਜ਼ਿਆਦਾਤਰ ਹਰੇਕ ਦਾ ਇਹ ਵਿਚਾਰ ਰਹਿੰਦਾ ਵੀ ਜਿਹੜੇ ਐਕਸਰੇ ਲਿਖ ਕੇ ਦੇਣਾ ਸਿਰਫ ਤੁਹਾਡਾ ਫੈਮਿਲੀ ਡਾਕਟਰ ਹੀ ਲਿਖ ਕੇ ਦੇ ਸਕਦਾ। ਨਹੀਂ, ਇਸ ਤਰ੍ਹਾਂ ਨਹੀਂ ਹੈ। ਸੋ ਐਕਸਰੇ ਜਿਹੜੇ, ਕਿਉਂਕਿ ਵੀ ਆਰ ਪ੍ਰਾਇਮਰੀ ਕੇਅਰ ਜੀ, ਪ੍ਰਾਇਮਰੀ ਕੇਅਰ ਉਹ ਹੁੰਦੇ ਨੇ ਜਿਵੇਂ ਤੁਹਾਡਾ ਫੈਮਿਲੀ ਡਾਕਟਰ ਪ੍ਰਾਇਮਰੀ ਕੇਅਰ ਹੈ, ਹੋਮਿਓਪੈਥ ਵੀ ਪ੍ਰਾਇਮਰੀ ਕੇਅਰ ਹੈ, ਕਾਇਰੋਪ੍ਰੈਕਟਰ ਵੀ ਪ੍ਰਾਇਮਰੀ ਕੇਅਰ। ਇਹਨਾਂ ਦੇ ਕੋਲ ਤੁਹਾਨੂੰ ਰੈਫਰੈਂਸ ਦੀ ਜ਼ਰੂਰਤ ਨਹੀਂ ਪੈਂਦੀ, ਤੇ ਸਾਰੇ ਪ੍ਰਾਇਮਰੀ ਕੇਅਰ ਜਿਹੜੇ ਨੇ ਤੁਹਾਨੂੰ ਵਿਦਆਊਟ ਕਿਸੇ ਰੈਫਰਲ ਟ੍ਰੀਟ ਕਰ ਸਕਦੇ ਨੇ। ਕਾਇਰੋਪ੍ਰੈਕਟਰਸ ਕਿਉਂਕਿ ਉਹ ਤੁਹਾਡੇ ਬਾਡੀ ਦੇ ਸਟਰਕਚਰ ਦੇ ਢਾਂਚੇ ਦੇ ਡਾਕਟਰ ਹੁੰਦੇ ਨੇ, ਸੋ ਤੁਹਾਡੀ ਬਾਡੀ ਦੀ ਨੀਡ ਦੇ ਹਿਸਾਬ ਨਾਲ ਉਹ ਤੁਹਾਡੇ ਐਕਸਰੇਜ਼ ਲਿਖ ਸਕਦੇ ਨੇ ਜਿਹੜੇ ਕਿ ਉਹ ਹਿਪ 'ਚ ਕਵਰ ਹੁੰਦੇ ਹੈਗੇ ਆ। ਸੋ ਇਸ ਕਰਕੇ ਇਹੋ ਜਿਹਾ ਕੋਈ ਚੀਜ਼ ਨਹੀਂ ਹੈ ਕਿ ਇਹ ਚੀਜ਼ ਸਿਰਫ ਫੈਮਿਲੀ ਡਾਕਟਰ ਦੇ ਥਰੂ ਕੀਤੀ ਜਾਂਦੀ ਹੈ। ਆਈ ਥਿੰਕ ਇੱਕ ਅੱਛਾ ਕੁਐਸਚਨ ਸੀ, ਕਿਉਂਕਿ ਬਹੁਤ ਵਾਰੀ ਪੇਸ਼ੈਂਟ ਕਹਿੰਦੇ ਜੀ ਸਾਨੂੰ ਫੈਮਿਲੀ ਡਾਕਟਰ ਦੀ ਅਪਾਇੰਟਮੈਂਟ ਹੀ ਨਹੀਂ ਮਿਲ ਰਹੀ, ਡਿੱਗਿਆ ਤਾਂ ਮੈਂ ਇੱਦਣ ਦਾ ਹੈਗਾ ਤੇ ਅਪਾਇੰਟਮੈਂਟ 2 ਵੀਕਾਂ ਦੀ ਹੈਗੀ ਹੈ, ਰਾਈਟ। ਸੋ ਇਸ ਤਰ੍ਹਾਂ ਦੀ ਜਿਹੜੀ ਕੋਈ ਸਿਚੁਏਸ਼ਨ ਹੈਗੀ ਉਹਨੂੰ ਵੀ ਅਸੀਂ ਐਡਰੈਸ ਕਰਦੇ ਹਾਂ। ਜੀ ਬਿਲਕੁਲ। ਇੱਕ ਵਾਰ ਫੇਰ ਦੱਸਦਾ ਕਿ ਤੁਸੀਂ ਜ਼ਰੂਰ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ, ਤੇ ਜੇ ਦੂਰ ਦਰਾਡੇ ਬੈਠੇ ਦੁਨੀਆ ਵਿੱਚ ਕਿਤੇ ਵੇਖ ਰਹੇ ਨੇ ਤੇ ਉਹ ਕਿਸ ਤਰੀਕੇ ਨਾਲ ਸੰਪਰਕ ਕਰ ਸਕਦੇ? ਬਿਲਕੁਲ ਜੀ, ਸਕਰੀਨ ਤੇ ਆ ਰਿਹਾ ਨੰਬਰ 6478562516 ਤੇ ਤੁਸੀਂ WhatsApp ਕਰ ਸਕਦੇ ਹੋ, sujok@gmail.com ਤੇ ਈਮੇਲ ਲਿਖ ਸਕਦੇ ਹੋ, ਆਪਣੀਆਂ ਰਿਪੋਰਟਸ ਭੇਜ ਸਕਦੇ ਹੋ, ਐਂਡ ਵੀ ਕੈਨ ਅਸੈਸ ਐਂਡ ਗਾਈਡ ਯੂ। ਅਪਾਇੰਟਮੈਂਟ ਜਿਹੜੀਆਂ ਇਨ ਪਰਸਨ ਐਂਡ ਵਰਚੁਅਲ ਵੀ ਅਵੇਲੇਬਲ ਹੈ। ਮੈਨੂੰ ਲੱਗਦਾ ਆਪਣੇ 2 ਸਾਲਾਂ ਦੇ ਵਿੱਚ ਤਾਂ ਅਸੀਂ ਵਰਚੁਅਲ ਅਪਾਇੰਟਮੈਂਟ ਦੇ ਬਹੁਤ ਜ਼ਿਆਦਾ ਆਦੀ ਵੀ ਹੋ ਗਏ ਆ। ਸੋ ਦੂਰ ਦਰਾਡੇ ਜਿੰਨੇ ਵੀ ਪੇਸ਼ੈਂਟ ਬੈਠੇ ਨੇ ਆਪਣੀ ਵਰਚੁਅਲ ਅਪਾਇੰਟਮੈਂਟ ਬੁੱਕ ਕਰਾ ਕੇ, ਅਸੈਸਮੈਂਟ ਕਰਾ ਕੇ, ਦਵਾਈਆਂ ਤੁਹਾਡੇ ਘਰੋਂ ਘਰੀ ਪਹੁੰਚਾਉਣ ਦੀ ਪ੍ਰੋਵੀਜ਼ਨ ਵੀ ਰਜਿਸਟਰਡ ਮੇਲ ਰਾਹੀਂ, ਕੈਨੇਡਾ ਪੋਸਟ ਰਾਹੀਂ ਅਵੇਲੇਬਲ ਹੈ। ਬਹੁਤ ਬਹੁਤ ਥੈਂਕ ਯੂ, ਧੰਨਵਾਦ ਜੀ। ਥੈਂਕ ਯੂ ਸੋ ਮਚ ਪ੍ਰਿੰਸ ਜੀ। ਜੀ ਬਿਲਕੁਲ, ਜੇਕਰ ਤੁਹਾਡਾ ਕੋਈ ਸਵਾਲ ਹੈ ਤਾਂ ਜ਼ਰੂਰ ਤੁਸੀਂ ਪਰਮਿੰਦਰ ਜੀ ਤੇ ਇਹਨਾਂ ਦੇ ਕਲੀਨਿਕ ਤੇ ਸੰਪਰਕ ਕਰ ਸਕਦੇ ਹੋ। ਤੇ ਮੈਨੂੰ ਪ੍ਰਿੰਸ ਸੰਧੂ ਨੂੰ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਨ ਦੀ ਦਿਓ ਇਜਾਜ਼ਤ। ਪਰਮਾਤਮਾ ਨੇ ਚਾਹੇ ਫਿਰ ਮੁਲਾਕਾਤ ਹੋਵੇਗੀ। ਤਦ ਤੱਕ ਮੇਰੇ ਵੱਲੋਂ ਪਿਆਰ ਦੇ ਦੋ ਸਹਿਤ। ਸਤਿ ਸ਼੍ਰੀ ਅਕਾਲ ਜੀ।